ਰੱਬ ਵਰਗੇ ਰੂਪ ਦੇ ਵਿੱਚ ਭੇੜੀਏ ਬੈਠੇ ਹੁੰਦੇ ਆ ਤਾਂ ਉਹ ਇਹੋ ਜਿਹਾ ਕਾਰਾ ਕਰ ਜਾਂਦੇ ਆ ਜਿਹੜੇ ਵਿਸ਼ਵਾਸਘਾਤ ਵੀ ਕਰਦੇ ਤੇ ਆਸਥਾ ਦਾ ਵੀ ਕਤਲ ਕਰਦੇ ਆ। ਕਿਵੇਂ ਇਹ ਮਤਲਬ ਇੱਕ ਆਟੋ ਵਾਲੇ ਤੋਂ ਕਿਵੇਂ ਧਰਮ ਦਾ ਠੇਕੇਦਾਰ ਬਣਿਆ, ਕਿਹੋ ਜਿਹਾ ਕਿਰਦਾਰ ਹੋਊਗਾ, ਤਾਂ ਹੀ ਤਾਂ ਇਹਨਾਂ ਨੂੰ ਰੰਗੇ ਹੱਥੀ ਫੜਿਆ ਗਿਆ ਨਾ। ਇਹੋ ਜਿਹੇ ਲੋਕਾਂ ਦੇ ਤਾਂ ਸਟਿੰਗ ਆਪਰੇਸ਼ਨ ਦੀ ਲੋੜ ਪੈਂਦੀ ਆ, ਇਹ ਸਿੱਧੇ ਤਾਂ ਫੜੇ ਨਹੀਂ ਜਾਂਦੇ। ਅਦਰਵਾਈਜ਼ ਤਾਂ ਫਿਰ ਇਹ ਐਲੀਗੇਸ਼ਨ ਲੱਗ ਜਾਂਦੇ ਆ ਕਿ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਫਸਾਇਆ ਗਿਆ ਜਾਂ ਜਿਹੜੀਆਂ ਵੀ ਚੀਜ਼ਾਂ ਨੇ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ। ਕਿਉਂਕਿ ਜ਼ਿਹਨ 'ਚ ਬਾਰ-ਬਾਰ ਸਵਾਲ ਆ ਰਿਹਾ ਹੈ ਕਿ ਜਿਸ ਨੂੰ ਭੈਣ ਗਿਆ ਉਹਦੇ ਨਾਲ ਵਿਆਹ ਕਿਵੇਂ ਕੋਈ ਕਰਾ ਸਕਦਾ, ਕਿਉਂਕਿ ਪੰਜਾਬੀ ਦੇ ਵਿੱਚ ਅਜਿਹੇ ਬੰਦੇ ਨੂੰ ਕੀ ਕਹਿੰਦੇ ਨੇ ਜਿਹੜਾ ਕਿਸੇ ਨੂੰ ਭੈਣ ਕਹਿ ਕੇ ਅਜਿਹਾ ਕੰਮ ਕਰੇ। ਉਹ ਤੁਸੀਂ ਸਾਰੇ ਜਾਣਦੇ ਹੋ, ਮੈਨੂੰ ਮੇਰੇ ਖਿਆਲ ਕਹਿਣ ਦੀ ਲੋੜ ਨਹੀਂ। ਫਿਰ ਇਹ ਕਿਰਦਾਰ ਮੈਨੂੰ ਦੱਸਣ ਦੀ ਲੋੜ ਨਹੀਂ ਨਾ, ਤੁਸੀਂ ਆਪਣੇ ਮੂੰਹੋਂ ਹੀ ਦੱਸਤਾ ਵੀ ਇਹ ਬੰਦੇ ਦਾ ਕਿਹੋ ਜਿਹਾ ਕਿਰਦਾਰ ਹੋਊਗਾ, ਤਾਂ ਹੀ ਤਾਂ ਇਹਨਾਂ ਨੂੰ ਰੰਗੇ ਹੱਥੀ ਫੜਿਆ ਗਿਆ ਨਾ। ਇਹ ਗੁਮਨਾਮ ਚਿੱਠੀ ਉਹ ਸੀ ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਡੇਰਾ ਸੱਚਾ ਸੌਦਾ ਦਾ ਸਾਬਕਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਹੁਣ ਕੁਝ ਗੁਮਨਾਮ ਚਿੱਠੀਆਂ ਜਾਂ ਕਹੋ ਗੁਮਨਾਮ ਜਾਣਕਾਰੀਆਂ ਜਿਹੀਆਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਇੱਕ ਹੋਰ ਕਾਲਾ ਕਾਰਨਾਮਾ ਉਜਾਗਰ ਹੋਇਆ ਤੇ ਆਸਥਾ ਦੇ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਭੇੜੀਏ ਰੰਗੇ ਹੱਥੀ ਕਾਬੂ ਵੀ ਕੀਤੇ ਗਏ। ਤਾਂ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਬਾਰੇ ਅਸੀਂ ਗੱਲਬਾਤ ਕੀਤੀ ਇੱਕ ਖਾੜਕੂ ਦੀ ਧੀ ਪੇਸ਼ੇ ਵਜੋਂ ਵਕੀਲ ਤੇ ਸਮਾਜਿਕ ਕਾਰਕੁਨ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਦੇ ਨਾਲ। ਐਡਵੋਕੇਟ ਸਿਮਰਨਜੀਤ ਕੌਰ ਗਿੱਲ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਦ ਖਬਰਸਾਰ ਚੈਨਲ ਤੇ। ਧੰਨਵਾਦ ਠਾਕੁਰ ਜੀ। ਅੱਛਾ, ਤੁਸੀਂ ਇਹਨਾਂ ਲੋਕਾਂ ਦੇ ਨਾਲ ਵਾਬਸਤਾ ਵੀ ਰਹੇ ਹੋ, ਜਾਣੂ ਵੀ ਹੈਗੇ ਹੋ ਮਾਮਲੇ ਤੋਂ। ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਆਖਿਰ ਇਹ ਪੂਰਾ ਮਾਮਲਾ ਕੀ ਹੈ। ਪੂਰਾ ਮਾਮਲਾ ਇਦਾਂ ਹੈ ਕਿ ਦੇਖੋ ਜੀ, ਹਰੇਕ ਇਨਸਾਨ ਦੀ ਕਿਸੇ ਨਾ ਕਿਸੇ ਧਾਰਮਿਕ ਸਥਾਨ ਦੇ ਨਾਲ ਸ਼ਰਧਾ ਜੁੜੀ ਹੁੰਦੀ ਆ, ਆਸਥਾ ਜੁੜੀ ਹੁੰਦੀ ਆ। ਤੇ ਇਹ ਤਾਂ ਰਾਮ ਤੀਰਥ ਮੰਦਿਰ ਤਾਂ ਵੈਸੇ ਹੀ ਵਰਲਡ ਫੇਮਸ ਮੰਦਿਰ ਆ ਜਿੱਥੇ ਬਹੁਤ ਦੁਨੀਆ ਦੀ ਆਸਥਾ ਜੁੜੀ ਹੋਈ ਆ। ਬਹੁਤ ਦੁਨੀਆ ਜਿਹੜੀ ਮੰਨਤਾਂ ਮੰਗਦੀ ਹੈ, ਮੰਨਤਾਂ ਪੂਰੀਆਂ ਵੀ ਹੁੰਦੀਆਂ ਨੇ। ਉਸੇ ਤਰ੍ਹਾਂ ਬਟਾਲੇ ਏਰੀਏ ਦੀਆਂ ਇਹ ਜਿਹੜੀਆਂ ਦੋ ਔਰਤਾਂ ਸੀਗੀਆਂ, ਇਹਨਾਂ ਦੀ ਉੱਥੇ ਪੂਰੀ ਸ਼ਰਧਾ ਭਾਵਨਾ ਜੁੜੀ ਹੋਈ ਆ। ਇਹਨਾਂ ਦੇ ਵਿੱਚੋਂ ਇੱਕ ਦੇ ਬੱਚਾ ਨਹੀਂ ਹੁੰਦਾ ਸੀਗਾ ਤੇ ਉਹਨੂੰ ਸੀ ਕਿ ਇੱਥੇ ਮੈਂ ਸੇਵਾ ਕਰਾਂਗੀ ਤੇ ਮੈਨੂੰ ਔਲਾਦ ਦੀ ਪ੍ਰਾਪਤੀ ਹੋ ਜਾਏਗੀ, ਤੇ ਇਹ ਸ਼ਰਧਾ ਦੇ ਨਾਲ ਉਹ ਉੱਥੇ ਆਉਂਦੀਆਂ ਸੀਗੀਆਂ। ਪਰ ਕਹਿੰਦੇ ਆ ਕਿ ਜਦੋਂ ਆਪਾਂ ਵਿਸ਼ਵਾਸ ਕਰਨ ਲੱਗ ਜਾਂਦੇ ਆ ਤੇ ਉੱਥੇ ਕਈ ਲੋਕ ਧਰਮ ਦੇ ਠੇਕੇਦਾਰਾਂ ਦੇ ਰੂਪ ਦੇ ਵਿੱਚ ਅਸਲ ਦੇ ਵਿੱਚ ਭੇੜੀਏ ਹੁੰਦੇ ਨੇ ਨਾ, ਜਿਹੜੇ ਰੱਬ ਵਰਗੇ ਰੂਪ ਦੇ ਵਿੱਚ ਭੇੜੀਏ ਬੈਠੇ ਹੁੰਦੇ ਆ ਤਾਂ ਉਹ ਇਹੋ ਜਿਹਾ ਕਾਰਾ ਕਰ ਜਾਂਦੇ ਆ ਜਿਹੜੇ ਵਿਸ਼ਵਾਸਘਾਤ ਵੀ ਕਰਦੇ ਤੇ ਆਸਥਾ ਦਾ ਵੀ ਕਤਲ ਕਰਦੇ ਆ। ਤੇ ਇਹਨਾਂ ਨੂੰ ਉੱਥੇ ਡਿਊਟੀ ਮੈਜਿਸਟ੍ਰੇਟ ਜਿਹੜੇ ਸੀਗੇ ਉੱਥੇ ਦੇ, ਤੇ ਉੱਥੇ ਦੀ ਐਸਪੀ ਮੈਮ ਹੈਗੀ ਅਮਨਦੀਪ ਤੇ ਡੀਐਸਪੀ, ਇਹਨਾਂ ਨੇ ਰੰਗੇ ਹੱਥੀ ਜਾ ਕੇ ਫੜਿਆ। ਮਤਲਬ ਇਹ ਜ਼ਬਰ ਜਿਨ੍ਹਾਂ ਲੋਕਾਂ ਨੇ ਕੀਤਾ ਇਹਨਾਂ ਮੈਂ ਭੇੜੀਏ ਹੀ ਕਹਾਂਗਾ, ਉਹਨਾਂ ਨੇ ਤੇ ਰੰਗੇ ਹੱਥੀ ਫੜੇ ਗਏ। ਮਤਲਬ ਜੇ ਇਹ ਰੰਗੇ ਹੱਥੀ ਨਾ ਫੜੇ ਜਾਂਦੇ ਤਾਂ ਫਿਰ ਕੀ ਹੋਣਾ ਸੀ? ਫਿਰ ਫੜੇ ਨਹੀਂ ਜਾਣਾ ਸੀ। ਬਿਲਕੁਲ ਜੀ, ਜੇ ਇਹਨਾਂ ਨੂੰ ਰੰਗੇ ਹੱਥੀ ਨਾ ਫੜਿਆ ਜਾਂਦਾ ਤਾਂ, ਕਿਉਂਕਿ ਇਹ ਬੜੀਆਂ ਵੱਡੀਆਂ ਹਸਤੀਆਂ ਨੇ, ਧਰਮ ਦੇ ਵਿੱਚ ਉੱਚਾ ਸਥਾਨ ਰੱਖਦੀਆਂ ਨੇ, ਤਾਂ ਇਹਨਾਂ ਨੂੰ ਹੱਥ ਪਾਉਣਾ ਬਹੁਤ ਔਖਾ ਹੁੰਦਾ। ਨਾਲੇ ਇਹ ਵੀ ਜਾਣਦੇ ਨੇ ਵੀ ਲੋਕਾਂ ਦੀ ਆਸਾਂ ਦੇ ਨਾਲ ਖੇਡਣਾ ਕਿਵੇਂ, ਲੋਕਾਂ ਨੂੰ ਕਿਵੇਂ ਕਿਸੇ ਦੂਜੇ ਰਾਹ ਤੇ ਪਾਉਣਾ। ਬਿਲਕੁਲ, ਇਹ ਚੀਜ਼ ਮੈਂ ਤੁਹਾਨੂੰ ਥੋੜੀ ਜਿਹੀ ਅੱਗੇ ਜਾ ਕੇ ਦੱਸੂਗੀ ਵੀ ਕਿਵੇਂ ਇਹ ਮਤਲਬ ਇੱਕ ਆਟੋ ਵਾਲੇ ਤੋਂ ਕਿਵੇਂ ਧਰਮ ਦਾ ਠੇਕੇਦਾਰ ਬਣਿਆ। ਤੇ ਗੱਲ ਕਿੱਦਾਂ, ਉਹੀ ਗੱਲ ਆ ਨਾ ਕਿ ਇਹਨਾਂ ਨੂੰ ਪਤਾ ਹੁੰਦਾ ਹੈ ਕਿਸੇ ਦੀ ਆਸਥਾ ਨਾਲ ਕਿਵੇਂ ਖੇਡਣਾ। ਤੁਹਾਡੀ ਗੱਲ ਬਿਲਕੁਲ ਸਹੀ ਆ। ਤੇ ਇਹ ਉਥੋਂ ਜੇ ਰੰਗੇ ਹੱਥੀ ਨਾ ਫੜੇ ਜਾਂਦੇ ਤਾਂ ਇਹ ਉਹੀ ਗੱਲ ਆਣੀ ਸੀ ਜੀ, ਪੋਲੀਟੀਕਲੀ ਕਰ ਦਿੱਤਾ ਗਿਆ, ਤੇ ਜਾਂ ਫਿਰ ਉਹੀ ਗੱਲ ਹੋਣੀ ਸੀਗੀ ਕਿਉਂਕਿ ਇਹ ਹੋਰ ਬਹੁਤ ਲੋਕ ਉੱਥੋਂ ਜਿਹੜੇ ਦੁਖੀ ਆ ਤੇ ਇਹਨਾਂ ਨੇ ਗਰੀਬ ਲੋਕਾਂ ਨੂੰ ਆਪਣੇ ਮਤਲਬ ਪੱਖ ਦੇ ਵਿੱਚ ਕੀਤਾ ਹੋਇਆ ਆ। ਉੱਥੇ ਦੇ ਜਿਹੜੇ ਗਰੀਬ ਲੋਕ ਆ ਉਹ ਇਹਨਾਂ ਤੇ ਅੰਧਾ ਵਿਸ਼ਵਾਸ ਕਰਦੇ ਨੇ, ਜਿਨ੍ਹਾਂ ਨੂੰ ਇਹ ਭੜਕਾ ਕੇ, ਜਿਵੇਂ ਇਹਨਾਂ ਨੇ ਮੇਰੇ ਤੇ ਨਜਾਇਜ਼ ਪਰਚਾ ਕਰਾਇਆ, ਪਤਾ ਨਹੀਂ ਕਿੰਨਾ ਦੇ ਕਰਾਉਂਦੇ ਆ। ਤਾਂ ਹੀ ਕਿਹਾ ਵੀ ਤੁਸੀਂ ਤਾਂ ਇਹਨਾਂ ਦੇ ਨਾਲ ਵਾਬਸਤਾ ਰਹੇ ਹੋ ਪਹਿਲਾਂ। ਬਿਲਕੁਲ, ਉਹ ਗੱਲ ਆਪਾਂ ਡਿਟੇਲ 'ਚ ਕਰਾਂਗੇ। ਹੁਣ ਗੱਲ ਆ ਕੇਸ ਦੀ, ਹੈ ਨਾ। ਗੱਲ ਹੈ ਕਿ ਇਹ ਜਿਹੜੇ ਐਸਸੀ ਕਮਿਸ਼ਨ ਆ, ਜੇ ਐਸਸੀ ਕਮਿਸ਼ਨ ਹੀ ਇਹਦੇ ਵਿੱਚ ਸੂਓ ਮੋਟੋ ਨਾ ਲੈ ਕੇ ਨਾ ਕਰਦਾ ਤਾਂ ਇਹ ਕੋਈ ਵੀ ਉਹਨੂੰ ਹੱਥ ਨਾ ਪਾ ਪਾਉਂਦਾ, ਕਿਉਂਕਿ ਕੋਈ ਹੋਰ ਹੁੰਦਾ ਉਹਦੇ ਉੱਤੇ ਵੀ SC ST ਐਕਟ ਲਗਾ ਦਿੰਦੇ, ਜਿਵੇਂ ਇਹਨਾਂ ਨੇ ਮੇਰੇ ਉੱਤੇ ਲਗਾ ਦਿੱਤਾ ਸੀਗਾ। ਕਿਉਂਕਿ ਇਹਨਾਂ ਦੇ ਖਿਲਾਫ ਗੁਮਨਾਮ ਇਨਫੋਰਮੇਸ਼ਨ ਮੇਰੇ ਕੋਲ ਵੀ ਆਉਂਦੀ ਰਹੀ ਆ, ਇੱਕ ਵਾਰ ਨਹੀਂ ਬਹੁਤ ਵਾਰ ਆਈ ਆ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਨਛੱਤਰ ਆ, ਠੀਕ ਆ, ਉਹਦੀ ਪਤਨੀ ਆ, ਜਿਹੜੀ ਉਹਦੀ ਪਤਨੀ ਨੇ ਧੀਆਂ ਦੇ ਰਾਖੇ ਸੰਸਥਾ ਹੈਗੀ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਥਰੂ ਮੈਨੂੰ ਬਹੁਤ ਵਾਰ ਸੰਪਰਕ ਕੀਤਾ। ਠੀਕ ਹੈ, ਕਿਸ ਬਾਰੇ ਸੰਪਰਕ ਕਿਉਂ ਕੀਤਾ? ਸੰਪਰਕ ਇਦਾਂ ਕੀਤਾ ਕਿ ਇਹ ਜਿਹੜਾ ਨਛੱਤਰ ਨਾਥ ਹੈਗਾ ਆ, ਇਹਨੇ ਆਪਣੀ 4 ਸਾਲ ਦੀ ਬੱਚੀ ਤੇ ਉਸ ਪਤਨੀ ਨੂੰ ਛੱਡ ਕੇ ਜਿਸ ਔਰਤ ਨੂੰ ਉਹ ਭੈਣ ਆਖਦਾ ਸੀ ਉਹਦੇ ਨਾਲ ਹਾਈ ਕੋਰਟ 'ਚ ਜਾ ਕੇ ਵਿਆਹ ਕਰਾ ਲਿਆ। ਨਹੀਂ, ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੀ ਉਹਦੀ ਹੁਣ ਪਤਨੀ ਹੈਗੀ ਆ ਉਹ ਅਸਲ 'ਚ ਉਹਦੀ ਪਤਨੀ ਨਹੀਂ,
ਪਤਨੀ ਅਸਲ 'ਚ ਕੋਈ ਹੋਰ ਹੈ? ਨਹੀਂ ਦੇਖੋ, ਜੇ ਆਪਾਂ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਤਾਂ ਜਿਹੜੀ ਪਹਿਲੀ ਪਤਨੀ ਹੁੰਦੀ ਆ ਉਹੀ ਅਸਲੀ ਪਤਨੀ ਮੰਨੀ ਜਾਂਦੀ ਆ। ਠੀਕ ਆ, ਇਹ ਕਿਉਂ ਮੁਸਲਿਮ ਲਾਅ ਥੋੜਾ ਡਿਫਰੈਂਟ ਆ, ਉਹਦੇ ਵਿੱਚ ਅਲਾਉਡ ਹੈ ਪਰ ਇਹਦੇ ਵਿੱਚ ਅਲਾਉਡ ਨਹੀਂ ਹੈਗਾ। ਤੇ ਇਹਦੇ ਵਿੱਚ ਜਿਹੜੀ ਦੂਜੀ ਪਤਨੀ ਆ ਉਹਨੂੰ ਪਤਨੀ ਦਾ ਅਧਿਕਾਰ ਨਹੀਂ ਮਿਲਦਾ। ਪਰ ਇਹਨੇ ਕੀ ਕੀਤਾ, ਇਹਨੇ ਹਾਈ ਕੋਰਟ ਦੇ ਵਿੱਚ ਗਲਤ ਇਨਫੋਰਮੇਸ਼ਨ ਦੇ ਕੇ ਇਹਨੇ ਦੂਜਾ ਵਿਆਹ ਕਰਵਾਇਆ, ਜਿਸ ਦੀ ਇਨਫੋਰਮੇਸ਼ਨ ਇਹਦੇ ਹੀ ਇਸ ਲੇਡੀ ਦਾ ਇਹਨੂੰ ਪੀਐਸਓ ਮਿਲੇ ਹੋਏ ਆ, ਮਤਲਬ ਸਿਕਿਉਰਿਟੀ ਮਿਲੀ ਹੋਈ ਸੀ, ਕਿਉਂਕਿ ਉਹ ਵੀ ਸਰਕਾਰ ਨੂੰ ਗੁੰਮਰਾਹ ਕਰਕੇ ਹਾਈ ਕੋਰਟ ਤੋਂ ਇਹਨੇ ਸਿਕਿਉਰਿਟੀ ਲਈ ਹੋਈ ਸੀ। ਇਹਦੇ ਪੀਐਸਓ ਖੁਦ ਨੇ, ਮਤਲਬ ਜਿਨ੍ਹਾਂ ਨੇ ਇਹਦੇ ਖਿਲਾਫ ਹੁਣ ਦਰਖਾਸਤ ਵੀ ਦਿੱਤੀ, ਉਹਨਾਂ ਨੇ ਮੈਨੂੰ ਖੁਦ ਇਸ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਸੀਗੀ। ਤੁਹਾਡਾ ਕਹਿਣ ਦਾ ਮਤਲਬ ਹੈ ਜਿਹਨੂੰ ਇਹਨੇ ਭੈਣ ਮੰਨਿਆ ਸੀ, ਜਿਹਨੂੰ ਭੈਣ ਕਹਿੰਦਾ ਸੀ, ਉਹਦੇ ਨਾਲ ਹੀ ਵਿਆਹ ਕਰਵਾ ਲਿਆ? ਬਿਲਕੁਲ ਬਿਲਕੁਲ, ਉਹਦੇ ਨਾਲ ਵਿਆਹ ਕਰਾ ਲਿਆ। ਹੋਰ ਵੀ ਬਹੁਤ ਸਾਰੇ ਜਿਹੜੇ ਜੁਰਮ ਨੇ, ਜਿਹੜੇ ਅੱਡ ਅੱਡ ਲੋਕ ਇਹਨਾਂ ਦੇ ਬਾਰੇ ਦੱਸਦੇ ਰਹੇ ਨੇ, ਜਿਨ੍ਹਾਂ ਦੇ ਵਿੱਚ ਹੁਣ ਇਹਨਾਂ ਦਾ ਹੈਡ ਆ ਗਿਰਦਾਰੀ ਨਾਥ। ਠੀਕ, ਫਿਰ ਇਹ ਨਛੱਤਰ ਨਾਥ ਉੱਥੇ ਦਾ ਮਤਲਬ ਨਿਹਾਇਤ ਹੀ ਗੁੰਡਾ ਕਿਸਮ ਦਾ ਇਨਸਾਨ ਆ, ਜਿਹੜਾ ਆਮ ਤੌਰ ਤੇ ਇਹ ਧਾਰਮਿਕ ਭਾਵਨਾਵਾਂ ਦੇ ਪਰਚੇ ਕਰਾ ਕਰਾ ਕੇ ਸਮਝੌਤੇ ਕਰਕੇ ਲੋਕਾਂ ਤੋਂ ਪੈਸੇ ਠੱਗਦਾ। ਤੇ ਮੇਰੇ ਤੋਂ ਵੀ ਇਹਨਾਂ ਦੀ ਇਹੀ ਸੀ। ਮੈਨੂੰ ਬਹੁਤ ਵਾਰ ਬੋਲਿਆ ਗਿਆ ਟੇਬਲ ਟਾਕ ਤੇ ਆ ਜਾਓ, ਬਾਰ-ਬਾਰ ਬੋਲਿਆ ਗਿਆ ਟੇਬਲ ਟਾਕ। ਟੇਬਲ ਟਾਕ ਇਸ਼ਾਰਾ ਸੀਗਾ? ਟੇਬਲ ਟਾਕ ਹੋਰ ਕੀ ਹੁੰਦੀ ਹੈ ਟੇਬਲ ਟਾਕ? ਟੇਬਲ ਟਾਕ ਬੇਸਿਕਲੀ ਇਹੀ ਇਸ਼ਾਰਾ, ਜਦ ਮੈਂ ਸ਼ਰੇਆਮ ਮਾਫੀ ਮੰਗ ਰਹੀ ਹਾਂ ਮਾਫ ਕਰ ਦਿੰਦੇ। ਠੀਕ ਆ, ਫਿਰ ਬਾਰ-ਬਾਰ ਇੱਕੋ ਗੱਲ ਬੋਲਣੀ ਕਿ ਟੇਬਲ ਟਾਕ ਤੇ ਆ ਜਾਓ। ਟੇਬਲ ਟਾਕ ਤੇ ਕੀ ਆ ਕਿ ਪੈਸੇ ਦਾ ਲੈਣ ਦੇਣ ਡਿਸਾਈਡ ਕਰ ਦੋ। ਤੇ ਮੈਂ ਬਾਰ-ਬਾਰ ਬੋਲਦੀ ਸੀਗੀ ਕਿ ਮੈਂ ਕਿਤੇ ਵੀ ਪੈਸੇ ਦੇ ਸਕਦੀ ਆ ਜਿੱਥੇ ਲੋੜ ਆ, ਪਰ ਇਹੋ ਜਿਹੇ ਲੋਕਾਂ ਨੂੰ ਪੈਸੇ ਦੇਣੇ ਮੇਰਾ ਜ਼ਮੀਰ ਅਲਾਉ ਨਹੀਂ ਕਰਦਾ। ਤੇ ਮੈਂ ਬਾਰ-ਬਾਰ ਬੋਲਦੀ ਸੀਗੀ ਕਿ ਮੈਂ ਕਿਸੇ ਤੋਂ ਡਰਦੀ ਨਹੀਂ ਗੀ, ਪਰ ਜੇ ਮੇਰੇ ਕਰਕੇ ਤਾਂ ਧਾਰਮਿਕ ਭਾਵਨਾਵਾਂ ਹਰਟ ਹੋਈਆਂ ਨੇ, ਮੈਂ ਮਾਫੀ ਮੰਗਦੀ ਆ। ਠੀਕ, ਫਿਰ ਇਹਨਾਂ ਨੇ ਕੀ ਕੀਤਾ ਸੀ, ਇਹ ਜਿਹੜੀ ਇਹਦੀ ਦੂਜੀ ਪਤਨੀ ਬਣਾਇਆ ਹੈਗੀ ਆ, ਉਹ ਵੀ ਉਦਾਂ ਦੀ ਹੈ। ਨਹੀਂ, ਲੇਕਿਨ ਦੂਜੀ ਪਤਨੀ ਤੁਸੀਂ ਕਿਹਾ, ਮੈਨੂੰ ਇੱਕ ਵਾਰ ਫਿਰ, ਕਿਉਂਕਿ ਜ਼ਿਹਨ 'ਚ ਬਾਰ-ਬਾਰ ਸਵਾਲ ਆ ਰਿਹਾ ਹੈ ਕਿ ਜਿਸ ਨੂੰ ਭੈਣ ਕਿਹਾ ਉਹਦੇ ਨਾਲ ਵਿਆਹ ਕਿਵੇਂ ਕੋਈ ਕਰਾ ਸਕਦਾ? ਕਿਉਂਕਿ ਪੰਜਾਬੀ ਦੇ ਵਿੱਚ ਅਜਿਹੇ ਬੰਦੇ ਨੂੰ ਕੀ ਕਹਿੰਦੇ ਨੇ ਜਿਹੜਾ ਕਿਸੇ ਨੂੰ ਭੈਣ ਕਹਿ ਕੇ ਅਜਿਹਾ ਕੰਮ ਕਰੇ? ਉਹ ਤੁਸੀਂ ਸਾਰੇ ਜਾਣਦੇ ਹੋ, ਮੈਨੂੰ ਮੇਰੇ ਖਿਆਲ ਕਹਿਣ ਦੀ ਲੋੜ ਨਹੀਂ। ਫਿਰ ਇਹ ਕਿਰਦਾਰ ਮੈਨੂੰ ਦੱਸਣ ਦੀ ਲੋੜ ਨਹੀਂ ਨਾ, ਤੁਸੀਂ ਆਪਣੇ ਮੂੰਹੋਂ ਹੀ ਦੱਸਤਾ ਵੀ ਇਹ ਬੰਦੇ ਦਾ ਕਿਹੋ ਜਿਹਾ ਕਿਰਦਾਰ ਹੋਊਗਾ, ਤਾਂ ਹੀ ਤਾਂ ਇਹਨਾਂ ਨੂੰ ਰੰਗੇ ਹੱਥੀ ਫੜਿਆ ਗਿਆ ਨਾ। ਇਹੋ ਜਿਹੇ ਲੋਕਾਂ ਦੇ ਤਾਂ ਸਟਿੰਗ ਆਪਰੇਸ਼ਨ ਦੀ ਲੋੜ ਪੈਂਦੀ ਆ, ਇਹ ਸਿੱਧੇ ਤਾਂ ਫੜੇ ਨਹੀਂ ਜਾਂਦੇ। ਅਦਰਵਾਈਜ਼ ਤਾਂ ਫਿਰ ਇਹ ਐਲੀਗੇਸ਼ਨ ਲੱਗ ਜਾਂਦੇ ਆ ਕਿ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਫਸਾਇਆ ਗਿਆ, ਜਾਂ ਜਿਹੜੀਆਂ ਵੀ ਚੀਜ਼ਾਂ ਨੇ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ। ਅੱਛਾ, ਮੈਂ ਐਫਆਈਆਰ ਦੇ ਵਿੱਚੋਂ ਮੈਂ ਕੁਝ ਧਾਰਾਵਾਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਮੈਂ ਦੱਸਾਂਗਾ ਕਿ 18 ਤਰੀਕ ਨੂੰ ਐਫਆਈਆਰ ਹੋਈ ਹੈ ਜੀ ਲੁਪੋਕੇ ਥਾਣੇ ਦੇ ਵਿੱਚ, ਤੇ ਧਾਰਾ 376 ਲਾਈ ਗਈ ਹੈ, 346, 506, 379 ਤੇ 34। ਇਸ ਬਾਰੇ ਵੀ ਜਾਣਾਂਗੇ ਕਿਉਂਕਿ ਮੈਡਮ ਐਡਵੋਕੇਟ ਨੇ, ਜਿਵੇਂ ਤੁਹਾਨੂੰ ਦੱਸਿਆ ਅਸੀਂ ਪਹਿਲਾਂ ਸਮਾਜਿਕ ਕਾਰਕੁਨ ਵੀ ਨੇ। ਇਹ ਧਾਰਾਵਾਂ ਜਿਹੜੀਆਂ ਲਾਈਆਂ ਗਈਆਂ ਨੇ ਇਹਨਾਂ ਬਾਰੇ ਥੋੜਾ ਦੱਸੋ। ਸਰ, ਬਾਕੀ ਧਾਰਾਵਾਂ ਜਿਹੜੀਆਂ ਹੈਗੀਆਂ ਨੇ, ਇੱਕ ਤਾਂ ਇਹਦੇ ਵਿੱਚ ਚੋਰੀ ਦੀ ਹੈਗੀ ਆ। ਠੀਕ ਆ, 34 ਆ ਕਾਮਨ ਇੰਟੈਂਸ਼ਨ ਹੈਗੀ ਆ। ਵਿਸ਼ਵਾਸ ਚੋਰੀ ਕੀਤਾ? ਕੀ ਕੀਤਾ? ਮੈਨੂੰ ਤਾਂ ਲੱਗਦਾ ਵਿਸ਼ਵਾਸ ਚੋਰੀ ਹੈ, ਕਿਉਂਕਿ ਸਮਾਨ ਚੋਰੀ ਦੇ ਬਾਰੇ ਮੈਨੂੰ ਇਨਫੋਰਮੇਸ਼ਨ ਹੈ ਨਹੀਂਗੀ। ਵਿਸ਼ਵਾਸ ਤਾਂ ਚੋਰੀ ਨਹੀਂ ਕਹਿ ਸਕਦੇ, ਠੱਗਿਆ ਉਹਨਾਂ ਨੇ, ਕਿਉਂਕਿ ਇਹ ਲੋਕ ਠੱਗ ਨੇ ਜੋ ਵਿਸ਼ਵਾਸ ਦੇ ਨਾਲ ਖਿਲਵਾੜ ਕਰਦੇ ਨੇ। ਜਿਹੜੇ ਕਿਸੇ ਦੀ ਆਸਥਾ ਤੇ ਵਿਸ਼ਵਾਸ ਨਾਲ ਖਿਲਵਾੜ ਕਰਦੇ ਉਹ ਠੱਗ ਹੀ ਹੁੰਦੇ ਨੇ। ਸੋ ਇੱਕ ਹੈਗੀ ਆ ਆਪਣੀ 346 ਆ, ਜਿਹਦੇ ਵਿੱਚ ਰੋਂਗਫੁਲ ਕਨਫਾਈਨਮੈਂਟ ਦੀ ਧਾਰਾ ਆ, ਤੇ ਕਿਉਂਕਿ ਉਹਨਾਂ ਨੇ ਰੋਂਗਫੁਲੀ ਉਹਨਾਂ ਲੇਡੀਜ਼ ਨੂੰ ਕਨਫਾਈਨ ਕਰਕੇ ਰੱਖਿਆ ਹੋਇਆ ਸੀ ਕਮਰੇ ਦੇ ਵਿੱਚ, ਜਿੱਥੋਂ ਉਹ ਬੰਦੀ ਬਣਾਈਆਂ ਹੋਈਆਂ ਸੀ, ਛਡਾਇਆ। ਦੂਜਾ ਹੈਗਾ 376, ਉਹ ਸਾਰਿਆਂ ਨੂੰ ਪਤਾ, ਪਰ ਇੱਥੇ ਕਿਉਂਕਿ ਗੈਂਗ ਰੇਪ ਆ, ਇੱਥੇ 376 ਡੀ ਲੱਗਦੀ ਆ, ਜਿੱਥੇ ਪੁਲਿਸ ਨੇ ਥੋੜੀ ਜਿਹੀ ਕਤਾਈ ਵਰਤੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ 376 ਡੀ ਬਣਾਇਆ ਜਾਵੇ। ਤੇ ਹੋਰ ਗੱਲ ਹੈਗੀ ਆ, ਕਿਉਂਕਿ ਇਹਨਾਂ ਨੇ ਧਾਰਮਿਕ ਆਸਥਾ ਨਾਲ ਖੇਡਿਆ ਆ, ਤੇ ਹੁਣ ਇਹਨਾਂ ਦੇ ਉੱਤੇ ਓਬਵੀਅਸ ਹੀ ਗੱਲ ਆ 295 ਏ ਲੱਗਣੀ ਵੀ ਬਣਦੀ ਆ, ਤੇ ਔਰਤਾਂ ਵੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ, ਤੇ ਇਹਨਾਂ ਦੇ ਉੱਤੇ ਵੀ ਤਾਂ SC/ST ਐਕਟ ਲੱਗਣਾ ਚਾਹੀਦਾ ਆ, ਕਿਉਂਕਿ ਇਹਨਾਂ ਨੇ ਉਸ ਜਾਤ ਦੀਆਂ ਔਰਤਾਂ ਦੇ ਜਿਹੜਾ ਆਸਥਾ ਉਹਦੇ ਨਾਲ ਤਾਂ ਖਿਲਵਾੜ ਕੀਤਾ ਆ। ਕਹਿੰਦੇ ਆ ਕਿ ਇਹ ਔਰਤਾਂ ਲਈ ਇਹਨਾਂ ਦਾ ਸਰੀਰ ਸਭ ਤੋਂ ਵੱਡੀ ਪੂੰਜੀ ਹੁੰਦੀ ਆ, ਤੇ ਉਹਨਾਂ ਦੇ ਸਰੀਰ ਨੂੰ ਉਹਨਾਂ ਦੀ ਮਰਜ਼ੀ ਤੋਂ ਬਿਨਾ ਟੱਚ ਕਰਨਾ ਬਹੁਤ ਵੱਡਾ ਗੁਨਾਹ ਹੁੰਦਾ, ਔਰ ਇਹ ਗੁਨਾਹ ਤਾਂ ਉਹਨਾਂ ਨੇ ਧਾਰਮਿਕ ਸਥਾਨ ਦੇ ਵਿੱਚ ਕੀਤਾ ਤੇ ਉੱਥੇ ਪਵਿੱਤਰਤਾ ਭੰਗ ਕੀਤੀ ਹੈ। ਵੈਸੇ ਵੀ ਧੀਆਂ ਭੈਣਾਂ ਨੂੰ ਘਰ ਦੀ ਇੱਜ਼ਤ ਕਿਹਾ ਜਾਂਦਾ ਹੈ, ਘਰ ਦੀ ਜਾਂ ਕਿਸੇ ਵੀ ਕੁਨਬੇ ਦੀ ਇੱਜ਼ਤ ਕਿਹਾ ਜਾਂਦਾ ਹੈ, ਤੇ ਉਸ ਇੱਜ਼ਤ ਦੇ ਨਾਲ ਖਿਲਵਾੜ ਕਰਨਾ ਤਾਂ ਆਪਣੇ ਆਪ ਦੇ ਵਿੱਚ SC/ST ਐਕਟ ਮੰਗੀ ਤੁਸੀਂ ਮੰਗ ਕਰਦੇ ਹੋ, SC/ST ਐਕਟ ਵੀ ਲੱਗੇ ਤੇ 295 ਵੀ? ਬਿਲਕੁਲ ਬਿਲਕੁਲ, ਮੈਂ ਮੰਗ ਕਰਦੀ ਹਾਂ ਲੱਗਣੇ ਚਾਹੀਦੇ ਆ, ਕਿਉਂਕਿ ਇਹ ਨਜਾਇਜ਼ ਲਾ ਦਿੰਦੇ ਆ। ਮੈਂ ਤਾਂ ਭੁਗਤਿਆ ਨਾ, ਮੈਂ 55 ਦਿਨ ਇਹਨਾਂ ਦੇ ਕਰਕੇ ਅੰਦਰ ਲਗਾ ਕੇ ਆਈ ਹਾਂ। ਮੇਰੀ ਬੇਲ ਹੋਣ ਤੋਂ ਬਾਅਦ ਵੀ ਇਹਨਾਂ ਨੇ ਮੈਨੂੰ ਦੂਜੀ FIR ਕਰਕੇ ਮੈਨੂੰ ਇਹਨਾਂ ਨੇ ਅੰਦਰ ਕਰਾਇਆ। ਮੇਰੀ ਜ਼ਮਾਨਤ ਤੋਂ ਬਾਅਦ ਇਹਨਾਂ ਦਾ ਕੰਪਲੇਂਟਸ ਤਾਂ ਮੇਰੇ ਖਿਆਲ ਤੁਹਾਡੇ ਖਿਲਾਫ ਕਾਫੀ ਦਿੱਤੀਆਂ ਸੀ। 22 ਕੰਪਲੇਂਟ ਸੀਗੀਆਂ। 22 ਕੰਪਲੇਂਟ, ਕਿ ਹਰੇਕ ਜ਼ਿਲ੍ਹੇ 'ਚ ਦਿੱਤੀ ਹੋਈ ਸੀ? ਹਰੇਕ ਜ਼ਿਲ੍ਹੇ ਦੇ ਵਿੱਚ ਮੇਰੇ ਕੋਲ ਹੁਣੀ ਜਿਨ੍ਹਾਂ ਨੇ ਮੇਰੇ ਖਿਲਾਫ, ਇਹਨਾਂ ਦੇ ਸਾਥੀ ਆ ਫਿਰੋਜ਼ਪੁਰ 'ਚ ਕੀਤੀ, ਉਹਨਾਂ ਦੇ ਖਿਲਾਫ ਵੀ ਮੇਰੇ ਕੋਲ ਦਰਖਾਸਤ ਆਈ ਆ। ਅੱਛਾ, ਦਰਸ਼ਕਾਂ ਨੂੰ ਉਹਨਾਂ ਦੇ ਨਾਮ ਦੱਸੀਏ ਇੱਕ ਵਾਰ।
ਨਾਮ ਉਹਨਾਂ FIR ਦੇ ਵਿੱਚ ਜੋ ਨਾਮ ਨੇ ਤੁਸੀਂ ਦੱਸੋਗੇ ਕਿ ਮੈਂ ਦੱਸਾਂ? ਹਾਂਜੀ ਮੈਂ ਦੱਸਦੀ ਹਾਂ, ਮੈਨੂੰ ਸਾਰਿਆਂ ਦੇ ਨਾਮ ਰੱਟੇ ਹੋਏ ਆ। ਗਿਰਧਾਰੀ ਨਾਥ ਆ ਜਿਹੜਾ ਹੈੱਡ ਪੁਜਾਰੀ ਆ। ਗੁਰੂ ਗਿਆਨ ਨਾਥ ਆਸ਼ਰਮ ਰਾਮ ਤੀਰਥ। ਜੀ ਜੀ ਜੀ, ਸਾਰੇ ਉੱਥੇ ਦੇ ਹੀ ਆ। ਜੀ ਠੀਕ ਹੈ ਜੀ। ਨਛੱਤਰ ਨਾਥ ਆ, ਵਰਿੰਦਰ ਨਾਥ ਆ ਤੇ ਸੂਰਜ ਨਾਥ ਹੈਗਾ ਆ ਜਿਹੜਾ ਇਹਨਾਂ ਦਾ ਇੱਕ ਡਰਾਈਵਰ ਆ। ਇਹ ਉਹ ਆ। ਇਹ ਤਿੰਨ ਚਾਰ ਜਾਣੇ ਨੇ। ਇੱਕ ਰਵਿੰਦਰ ਨਾਥ ਨਹੀਂ, ਵਰਿੰਦਰ ਨਾਥ। FIR ਦੇ ਵਿੱਚ ਰਵਿੰਦਰ ਨਾਥ ਲਿਖਿਆ ਹੈ। ਲਿਖਿਆ ਹੋਇਆ ਉਹਨਾਂ ਨੇ। ਤੇ ਇਹ ਥੋੜਾ ਜਿਹਾ ਹੋ ਜਾਂਦਾ ਆ। ਠੀਕ ਤੇ ਇਹਨਾਂ ਦੇ ਵਿੱਚੋਂ ਦੋ ਜਾਣੇ ਫੜੇ ਗਏ, ਰਵਿੰਦਰ ਨਾਥ ਤੇ ਗਿਰਧਾਰੀ ਨਾਥ। ਨਛੱਤਰ ਨਾਥ ਅੱਜ ਵੀ ਫਰਾਰ ਆ। ਹੁਣ ਗੱਲ ਇਹ ਆ ਕਿ ਉਹੀ ਵਾਲਾ ਜਿਹੜਾ ਭੈਣ ਕਹਿ ਕੇ ਬਿਲਕੁਲ ਬਿਲਕੁਲ ਉਹੀ ਅਸਲ ਦੇ ਵਿੱਚ ਵੱਡੇ ਟਾਈਪ ਦਾ ਇਹ ਗੁੰਡਾ ਆ ਜਿਹਨੂੰ ਸਮਾਜ ਦਾ ਯੋਧਾ ਆਖਿਆ ਜਾਂਦਾ ਆ। ਮਤਲਬ ਸੋਚੋ ਇਹੋ ਜਿਹੇ ਯੋਧੇ ਹੁੰਦੇ ਨੇ, ਕਿਵੇਂ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕੀਤਾ। ਤੁਸੀਂ ਗੱਲ ਹੋਰ ਕੀਤੀ ਸੀ ਸ਼ੁਰੂਆਤ ਦੇ ਵਿੱਚ ਕਿ ਇੱਕ ਟੈਂਪੂ ਚਲਾਉਣ ਵਾਲੇ ਤੋਂ, ਆਟੋ ਚਲਾਉਣ ਵਾਲੇ ਤੋਂ ਕਿਵੇਂ ਆਸਥਾ ਦਾ ਵੱਡਾ ਠੇਕੇਦਾਰ ਬਣ ਗਿਆ। ਤੁਸੀਂ ਨਛੱਤਰ ਨਾਥ ਦੀ ਗੱਲ ਕਰ ਰਹੇ ਹੋ? ਬਿਲਕੁਲ ਬਿਲਕੁਲ। ਇਹ ਟੈਂਪੂ ਚਲਾਉਂਦਾ ਹੁੰਦਾ ਸੀ ਜੀ ਅੰਮ੍ਰਿਤਸਰ ਦੇ ਵਿੱਚ। ਤੇ ਇਹ ਜਿਹੜੀ ਦੂਜੀ ਉਹਦੀ ਵਾਈਫ ਆ, ਜਿਹੜੀ ਦੂਜੀ ਵਾਈਫ ਆ ਜਿਹੜੀ ਇਦਾਂ ਹੀ ਮਿਲੀ, ਜਿਹੜੀ ਭੈਣ ਸੀ ਉਹ ਵੀ ਬਹੁਤ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੀ ਸੀ। ਬਲਕਿ ਉਹਦੇ PSO ਨੇ ਖੁਦ ਪੈਸੇ ਇਕੱਠੇ ਕਰ ਕਰਕੇ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਸੀਗਾ। ਠੀਕ। ਤੇ ਇਹ ਹੌਲੀ ਹੌਲੀ ਐਂ ਲੋਕਾਂ ਦੇ ਵਿੱਚ ਵਿਚਰਨ ਲੱਗ ਗਿਆ ਤੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਗਿਆ ਤੇ ਫਿਰ ਮੰਦਿਰ ਦਾ ਪੁਜਾਰੀ ਬਣ ਗਿਆ ਤੇ ਫਿਰ ਐਂ ਲੋਕਾਂ ਨੂੰ ਗੁੰਮਰਾਹ ਕਰਕੇ ਆਹੀ ਮੈਂ ਤੁਹਾਨੂੰ ਕਿਹਾ ਨਾ, ਠੱਗੀਆਂ ਠੋਰੀਆਂ ਤੇ ਉੱਪਰ ਤੱਕ ਪਹੁੰਚਿਆ ਤੇ ਉਹਦਾ ਨਤੀਜਾ ਅੱਜ ਆਪਣੇ ਸਾਹਮਣੇ ਆ। ਤੇ ਇਹ ਉਹੀ ਲੋਕ ਨੇ। ਹੁਣ ਦੇਖੋ ਇਹਨਾਂ ਨੇ ਮੈਂ ਇੱਕ ਇਨਸਾਨ ਦੇ ਵਿੱਚ ਪਰਿਵਰਤਨ ਦੀ ਗੱਲ ਕੀਤੀ ਸੀਗੀ, ਜੋ ਮੇਰੀ ਬੇਲ ਐਪਲੀਕੇਸ਼ਨ ਦੇ ਵਿੱਚ ਹਾਈ ਕੋਰਟ ਨੇ ਵੀ ਕਹਿਤਾ ਕਿ ਇਹ ਜੁਰਮ ਬਣਦਾ ਨਹੀਂਗਾ, ਵੀ ਇਹ ਕਿਸੇ ਵੀ ਐਂਗਲ ਤੋਂ SC ST ਐਕਟ ਜਾਂ ਆਪਣਾ ਧਾਰਮਿਕ ਭਾਵਨਾਵਾਂ ਵਾਲਾ ਐਕਟ ਬਣਦਾ ਨਹੀਂਗਾ। ਤੇ ਇਸੇ ਲਈ ਮੇਰੀ ਕੁਐਸ਼ਿੰਗ ਵੀ ਐਕਸੈਪਟ ਹੋਈ ਹੈ, ਕੁਐਸ਼ਿੰਗ ਫਾਈਲ ਕੀਤੀ ਹੋਈ ਹੈ, ਟ੍ਰਾਇਲ ਸਟੇ ਨੇ। ਸੋ ਇਹ ਬਹੁਤ ਵੱਡਾ ਮਤਲਬ ਸਵਾਲ ਆ ਕਿ ਇਹਨਾਂ ਨੇ ਮੇਰੇ ਲਈ, ਤੁਸੀਂ ਸੋਚੋ ਕਿ ਰੇਲ ਜਾਮ ਕੀਤੀ ਸੀਗੀ ਤੇ ਇਸ ਔਰਤ ਨੇ ਜਿਹੜੀ ਉਹਦੀ ਦੂਜੀ ਵਾਈਫ ਆ, ਉਹ ਕਹਿੰਦੀ ਸੀਗੀ ਕਿ ਮੈਂ ਪੰਜਾਬ ਦੀ ਸ਼ੇਰਨੀ ਆ, ਮੈਂ ਧੀ ਆ ਬਾਬਾ ਅੰਬੇਦਕਰ ਜੀ ਦੀ। ਹੁਣ ਕੀ ਬਾਬਾ ਅੰਬੇਦਕਰ ਜੀ ਦੀਆਂ ਧੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਦੂਜੀ ਦਾ ਘਰ ਬਰਬਾਦ ਕਰਕੇ ਜਾਣਦੇ ਹੋਏ ਤੇ ਜਿਹਨੂੰ ਭਰਾ ਕਹਿੰਦੀਆਂ ਰਹੀਆਂ ਨੇ ਦੁਨੀਆ ਦੇ ਸਾਹਮਣੇ ਤੇ ਬਾਅਦ ਵਿੱਚ ਉਹਦੇ ਨਾਲ ਹੀ ਵਿਆਹ ਕਰਾ ਲੈਂਦੀਆਂ ਨੇ। ਤੇ ਇਹਨਾਂ ਨੇ ਤੁਸੀਂ ਹਿਸਾਬ ਲਾ ਲਓ ਕਿ ਕਿਉਂਕਿ ਓਬਵੀਅਸ ਮੇਰੇ ਵਰਗੇ ਨੇ 55 ਦਿਨ ਅੰਦਰ ਲਾਏ ਆ, ਮੇਰਾ ਇਹਨਾਂ ਨੇ ਟਾਈਮ ਬਰਬਾਦ ਕੀਤਾ, ਉਹਦੇ ਕਰਕੇ ਮੇਰੇ ਨਾਲ ਦੇ ਜਿਹੜੇ ਲੋਕਾਂ ਦੀ ਮੈਂ ਮਦਦ ਕਰਨੀ ਸੀਗੀ ਉਹ ਲੋਕ ਵੀ ਅਪਸੈਟ ਹੋਏ ਨੇ। ਕਿਉਂਕਿ ਇਹਨਾਂ ਦਾ ਟਾਰਗੇਟ ਸੀਗਾ, ਜਦੋਂ ਮੇਰੇ ਕੋਲ ਇਨਫੋਰਮੇਸ਼ਨ ਮਿਲਦੀ ਸੀ ਇਹਨਾਂ ਨੂੰ ਸੀਗਾ ਸਰਕਾਰਾਂ ਨਾਲ ਮਿਲ ਕੇ ਇਹਨਾਂ ਨੇ ਕੀਤਾ ਕਿ ਇਹਦੀ ਆਵਾਜ਼ ਨੂੰ ਦੱਬਿਆ ਜਾਵੇ। ਤੇ ਇਹਨਾਂ ਨੂੰ ਇਹੀ ਸੀ, ਕਹਿੰਦੇ ਇਹ ਬੋਲਦੀ ਆ ਨਾ ਕਿ ਸਿਮਰਨਜੀਤ ਕੌਰ ਕਿ ਮੈਂ ਡਰਦੀ ਨਹੀਂ ਕਿਸੇ ਤੋਂ, ਤੇ ਕਹਿੰਦੇ ਇਹਨੂੰ ਤਾਂ ਅਸੀਂ ਫੜ ਕੇ ਲਿਆਵਾਂਗੇ, ਮੇਰੇ ਕੋਲ ਵੀਡੀਓ ਪਈ ਆ ਉਹਨਾਂ ਦੀ, ਕਹਿੰਦੇ ਅਸੀਂ ਇਹਦੀ ਗੁੱਤ ਮੁੰਨਾਂਗੇ ਤੇ ਨਾਲੇ ਇਹਦਾ ਸਿਰ ਕਲਮ ਕਰਾਂਗੇ। ਇਹ ਉਹਨੇ ਬੋਲਿਆ ਨਛੱਤਰ ਨਾਥ ਦੀ ਪਹਿਲਾਂ ਜਿਹੜੀ ਭੈਣ ਸੀ ਤੇ ਹੁਣ ਪਤਨੀ ਹੈ? ਬਿਲਕੁਲ। ਇਹਨੇ ਲੋਕਾਂ ਨੂੰ ਬੋਲਿਆ, ਲੋਕਾਂ ਨੂੰ ਭੜਕਾ ਰਹੀ ਸੀ, ਕਾਫੀ ਲੋਕਾਂ ਦੀ ਮੀਟਿੰਗ ਸੀ। ਅੱਛਾ, ਜਿਹੜੇ ਲੋਕਾਂ ਨੂੰ ਪਹਿਲਾਂ ਇਨਫਲੂਐਂਸ ਲੈ ਕੇ ਇਹਨਾਂ ਨੇ ਟ੍ਰੇਨਾਂ ਵੀ ਰੋਕੀਆਂ, ਤੁਸੀਂ ਜਿਵੇਂ ਦੱਸਿਆ ਪ੍ਰਦਰਸ਼ਨ ਧਰਨੇ ਲਾਏ ਨੇ ਕਿ ਤੁਹਾਡੀ ਅਰੈਸਟ ਦੇ ਲਈ, ਕਿ ਹੁਣ ਨਛੱਤਰ ਨਾਥ ਦੀ ਅਰੈਸਟ ਜਾਂ ਬਾਕੀਆਂ ਦੀ ਅਰੈਸਟ ਦੇ ਲਈ ਵੀ ਧਰਨੇ ਲਾਏ ਜਾਣਗੇ? ਇਹੀ ਤਾਂ ਹੁਣ ਉਹਨਾਂ ਲੋਕਾਂ ਦੇ ਜ਼ਮੀਰ ਨੂੰ ਵੰਗਾਰ ਆ ਕਿ ਮੈਂ ਤਾਂ ਕੋਈ ਜੁਰਮ ਵੀ ਨਹੀਂ ਕੀਤਾ ਸੀਗਾ, ਮੈਂ ਤਾਂ ਜੇ ਮੰਨੀਏ ਚਲੋ ਗਲਤੀ ਕੀਤੀ, ਜੇ ਮੰਨੀਏ ਤਾਂ ਉਸ ਗਲਤੀ ਦੀ ਬਾਰ-ਬਾਰ ਮਾਫੀ ਮੰਗੀ ਸੀਗੀ। ਠੀਕ ਆ, ਮੇਰਾ ਕੋਈ ਗੁਨਾਹ ਨਹੀਂ ਸੀਗਾ ਤੇ ਮੇਰੀਆਂ ਗੱਲਾਂ ਨੂੰ ਤਾਂ ਇਦਾਂ ਭੜਕਾ ਕੇ ਤੁਸੀਂ ਮੇਰੀ ਅਰੈਸਟ ਦੀ ਮੰਗ ਕਰਕੇ ਰੇਲ ਜਾਮ ਕਰਦੇ ਹੋ, ਕਦੇ ਪੰਜਾਬ ਬੰਦ ਕਰਨ ਦੀ। ਤੁਹਾਡਾ ਗੁਨਾਹ ਇਹ ਸੀ ਨਾ ਵੀ ਤੁਸੀਂ ਟੇਬਲ ਟਾਕ ਤੇ ਨਹੀਂ ਬੈਠੇ। ਉਹੀ ਗੁਨਾਹ ਆ। ਤੇ ਹੁਣ ਮੈਂ ਦੇਖਣਾ ਚਾਹੁੰਦੀ ਆ ਕਿ ਇਹ ਜੋ ਲੋਕ ਮੇਰੇ ਵਿਰੁੱਧ ਧਰਨੇ ਲਾਉਂਦੇ ਰਹੇ ਆ ਕਿ ਹੁਣ ਨਛੱਤਰ ਨਾਥ ਦੀ ਗ੍ਰਿਫਤਾਰੀ ਲਈ ਧਰਨੇ ਲਾਉਣਗੇ। ਦੂਜੀ ਗੱਲ ਕਿ ਇਹ ਆਪਣੀਆਂ ਧੀਆਂ ਭੈਣਾਂ ਨਾਲ ਘਰ ਜਾ ਕੇ ਨਜ਼ਰ ਮਿਲਾ ਸਕਣਗੇ ਕਿ ਇਹਨੂੰ ਅਸੀਂ ਆਪਣਾ ਗੁਰੂ ਮੰਨਦੇ ਰਹੇ ਆ, ਇਹਨੂੰ ਅਸੀਂ ਆਪਣੇ ਸਮਾਜ ਦਾ ਯੋਧਾ ਮੰਨਦੇ ਰਹੇ ਆ। ਤੇ ਤੀਜਾ ਸਵਾਲ ਇਹ ਵੀ ਹੈ, ਇਹ ਵੰਗਾਰ ਵੀ ਹੈ ਉਹਨਾਂ ਲੋਕਾਂ ਨੂੰ। ਤੁਹਾਡੇ ਚੈਨਲ ਦੇ ਥਰੂ ਮੈਂ ਕਹਿਣਾ ਚਾਹੁੰਦੀ ਆ ਕਿ ਜੇ ਵਾਕਈ ਤੁਸੀਂ ਆਪਣੀ ਧਰਮ ਦੇ ਸੱਚੇ ਤੇ ਪੱਕੇ ਹੋ, ਜੇ ਤੁਸੀਂ ਵਾਕਈ ਆਪਣੇ ਅਸੂਲਾਂ ਦੇ ਉੱਤੇ, ਜਦ ਭਗਵਾਨ ਜੀ ਦੇ ਅਸੂਲਾਂ ਦੇ ਉੱਤੇ ਚੱਲਦੇ ਹੋ, ਤਾਂ ਤੁਸੀਂ ਖੁਦ ਇਸ ਨਛੱਤਰ ਨਾਥ ਨੂੰ ਤੇ ਸੂਰਜ ਨਾਥ ਨੂੰ ਖੁਦ ਫੜ ਕੇ ਜਿਹੜਾ ਹੈਗਾ ਆ ਖੁਦ ਉਹਨੂੰ ਕੋਰਟ 'ਚ ਪੇਸ਼ ਕਰੋ, ਨਾ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗ ਦੇ ਕੇ ਬਦਲਣ ਦੀ ਕੋਸ਼ਿਸ਼ ਜਾਂ ਫਿਰ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਲੇਕਿਨ ਇੱਕ ਵੱਡਾ ਸਵਾਲ ਇੱਥੇ ਇਹ ਵੀ ਹੈ, ਰੰਗੇ ਹੱਥੀਂ ਜ਼ਿਲ੍ਹਾ ਮੈਜਿਸਟ੍ਰੇਟ ਜਿਹੜੇ ਸੀਗੇ ਉਹ ਉੱਥੇ ਗਏ ਨੇ, ਵੱਡੇ ਅਧਿਕਾਰੀ ਪੁਲਿਸ ਮਹਿਕਮੇ ਤੇ ਗਏ ਨੇ, ਰੰਗੇ ਹੱਥੀਂ ਇਹਨਾਂ ਨੂੰ ਫੜਿਆ ਤੇ ਜਿਹੜੀਆਂ ਦੋ ਪੀੜਤ ਔਰਤਾਂ ਨੇ ਉਹਨਾਂ ਨੂੰ ਇਹਨਾਂ ਦੇ ਚੰਗੁਲ ਵਿੱਚੋਂ ਛੁਡਵਾਇਆ ਹੈ, ਕੈਦ ਵਿੱਚੋਂ ਰਿਹਾ ਕਰਵਾਇਆ ਹੈ ਤੁਸੀਂ ਕਹਿ ਲਓ। ਪਰ ਇਹ ਤਾਂ ਰੰਗੇ ਹੱਥੀਂ ਫੜੇ ਗਏ, ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੁ ਇੱਜ਼ਤਾਂ ਦੇ ਨਾਲ ਇਹਨਾਂ ਨੇ ਖਿਲਵਾੜ ਕੀਤਾ ਹੋਣਾ ਹੈ ਜਿਨ੍ਹਾਂ ਦਾ ਕੋਈ
ਪਤਾ ਹੀ ਨਹੀਂ, ਜੋ ਕਦੇ ਫੜੇ ਹੀ ਨਹੀਂ ਗਏ, ਕਿ ਹਲੇ ਵੀ ਲੋਕ ਸੁੱਤੇ ਰਹਿਣਗੇ ਜਾਂ ਜਾਗਣਗੇ? ਕਿਉਂਕਿ ਮੈਂ ਜਿਵੇਂ ਮੈਂ ਕਿਹਾ ਹੈ, ਪਤਾ ਨਹੀਂ, ਇਹ ਤਾਂ ਫੜੇ ਗਏ ਨੇ। ਆਵਾਜ਼ ਨੂੰ ਬੰਦ ਕਰ ਦਿੰਦੇ ਆ ਨਾ, ਤੇ ਲੋਕ ਡਰ ਕੇ ਬੰਦ ਵੀ ਕਰ ਜਾਂਦੇ ਆ, ਕਿਉਂਕਿ ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨ ਆ, ਪੁਲਿਸ ਵਾਲੇ ਆ, ਉਹ ਇਹਨਾਂ ਨੂੰ ਮੱਥਾ ਟੇਕਦੇ ਨੇ, ਡਰਦੇ ਨੇ ਇਹਨਾਂ ਤੋਂ। ਵੋਟ ਬੈਂਕ ਵੋਟ ਬੈਂਕ ਹੈਗਾ, ਵੋਟ ਬੈਂਕ ਆ, ਤੇ ਇੱਕ ਇਹ ਬੋਲ ਦਿੰਦੇ ਆ ਨਾ ਕਿ ਅਸੀਂ ਲੋਕਾਂ ਨੂੰ ਪਿੱਛੇ, ਕਿਉਂਕਿ ਮੈਂ ਕਿਹਾ ਨਾ ਗਰੀਬ ਲੋਕ ਆਪਣੇ ਪਿੱਛੇ ਲਾਏ ਹੋਏ ਨੇ, ਤੇ ਉਹਨਾਂ ਲੋਕਾਂ ਤੋਂ ਕੂੜਾ ਸਟਾ ਦਾਂਗੇ। ਸੋ ਇਹੋ ਜੀਆਂ ਗੱਲਾਂ ਜਾਂ ਫਿਰ ਵੋਟ ਬੈਂਕ, ਜਾਂ ਫਿਰ ਜਿਹੜੇ ਇਹ ਐਕਟ ਨੂੰ ਹਥਿਆਰ ਬਣਾ ਕੇ ਦੂਜਿਆਂ ਦੇ ਖਿਲਾਫ ਇਸਤੇਮਾਲ ਕਰਦੇ ਨੇ। ਲੋਕ ਐਸੀ, ਪਤਾ ਕੀ ਹੈ ਜੀ, ਜਿਹੜਾ SC ST ਐਕਟ ਆ ਨਾ, ਇਹ ਸਿੱਧਾ ਇਹਨੂੰ ਵਰਤਦੇ ਆ, ਤੇ ਜਿਹੜਾ SC ST ਐਕਟ ਆ, ਇਹ ਨਾਨ ਅਵੇਲੇਬਲ ਅਫੈਂਸ ਆ, ਇਸੇ ਕਰਕੇ ਤਾਂ ਮੇਰੀ ਜ਼ਮਾਨਤ ਲੇਟ ਹੋਈ ਸੀਗੀ, ਠੀਕ ਆ। ਤੇ ਇਹਦੇ ਵਿੱਚ ਜਿਹੜੀ ਜ਼ਮਾਨਤ ਆ ਮੇਨਟੇਨੇਬਲ ਨਹੀਂ ਹੈਗੀ, ਸੈਸ਼ਨ ਕੋਰਟ ਵੀ ਇਹਦੀ ਜ਼ਮਾਨਤ ਰਿਜੈਕਟ ਕਰ ਦਿੰਦਾ, ਹਾਈ ਕੋਰਟ ਹੀ ਜਾ ਕੇ ਇਸ ਚੀਜ਼ ਦੇ ਦੇਖ ਕੇ ਜ਼ਮਾਨਤ ਦਿੰਦਾ। ਮੇਰੀ ਵੀ ਹਾਈ ਕੋਰਟ ਤੋਂ ਹੋਈ ਸੀ। ਫਿਰ ਇਹ ਧਰਨੇ ਪ੍ਰਦਰਸ਼ਨ ਜਿਸ ਹਿਸਾਬ ਨਾਲ ਕਰਦੇ ਆ, ਤੇ ਜਿਹੜੇ ਲੀਡਰ ਨੇ ਸਾਰੇ ਇਹਨਾਂ ਨੂੰ ਹੱਥ ਪਾਉਣ ਤੋਂ ਡਰਦੇ ਨੇ। ਹੁਣ ਵੀ ਮੈਂ ਕਹਿ ਰਹੀ ਹਾਂ ਨਾ ਵੀ ਜੇ ਇਹਦੇ ਵਿੱਚ SC ਕਮਿਸ਼ਨ ਦਾ ਮੈਂਬਰ ਆਪ ਨਾ ਹੁੰਦਾ, ਤੇ ਜਾਂ ਇਹਦੇ ਵਿੱਚ ਮੈਜਿਸਟ੍ਰੇਟ ਨਾ ਹੁੰਦਾ, ਇਹ ਲੋਕਾਂ ਨੇ ਫੜੇ ਨਹੀਂ ਜਾਣਾ ਸੀ, ਤੇ ਇੱਥੇ ਦੰਗੇ ਹੋ ਜਾਣੇ ਸੀਗੇ ਇਹਨਾਂ ਨੂੰ ਲੈ ਕੇ। ਇਹ ਤਾਂ ਰੰਗੇ ਹੱਥੀ ਫੜੇ ਜਾਣ ਕਰਕੇ, ਮਤਲਬ ਇਹ ਬਹੁਤ ਵਧੀਆ। ਇਹ ਕਹਿੰਦੇ ਕਿ ਪਰਮਾਤਮਾ ਨੇ ਆਪ ਇਨਸਾਫ ਕੀਤਾ, ਕਿਉਂਕਿ ਦੇਖੋ ਪਵਿੱਤਰ ਧਰਤੀ ਨੂੰ ਗਲਤ ਕੰਮ ਲਈ ਵਰਤਣਗੇ ਤਾਂ ਇਨਸਾਫ ਉਹ ਆਪ ਹੀ ਕਰਦਾ। ਅੱਜ ਤੱਕ ਜਿੰਨੇ ਵੀ ਲੋਕਾਂ ਨੇ ਧਾਰਮਿਕ ਸਥਾਨਾਂ ਨੂੰ ਗਲਤ ਤਰੀਕੇ ਨਾਲ ਵਰਤਿਆ ਆ, ਉਹ ਆਪਣੇ ਆਪ ਹੀ, ਚਾਹੇ ਉਹ ਧਾਰਮਿਕ ਸਥਾਨ ਕੋਈ ਵੀ ਹੋਵੇ, ਉਹ ਪਰਮਾਤਮਾ ਆਪ ਉਹਨਾਂ ਨੂੰ ਫਸਾਉਂਦਾ ਆ। ਲੇਕਿਨ ਅਫਸੋਸ ਇਹ ਹੈ, ਲੋਕ ਫਿਰ ਵੀ ਸਬਕ ਨਹੀਂ ਲੈਂਦੇ, ਕਿਉਂਕਿ ਸਾਡੇ ਕੋਲ ਜੇ ਇਤਿਹਾਸ ਵੱਲ ਝਾਤ ਮਾਰੀਏ, ਅਜਿਹੀਆਂ ਕਈ ਮਿਸਾਲਾਂ ਨੇ। ਚਾਹੇ ਜਿਵੇਂ ਅਸੀਂ ਸ਼ੁਰੂਆਤ ਕੀਤੀ ਸੀ, ਡੇਰਾ ਸਰਸਾ ਦੇ ਸਾਬਕਾ ਮੁਖੀ ਦੀ ਗੱਲ ਹੋਵੇ, ਆਸਾਰਾਮ ਦੀ ਗੱਲ ਹੋਵੇ, ਰਾਮਪਾਲ ਦੀ ਗੱਲ ਹੋਵੇ, ਜਾਂ ਕਠੂਆ ਵਿੱਚ ਜੋ ਕੁਝ ਹੋਇਆ, ਸਾਡੇ ਸਾਹਮਣੇ ਐਗਜ਼ਾਮਪਲਸ ਨੇ, ਅਸੀਂ ਫਿਰ ਵੀ ਨਹੀਂ ਸੁਧਰਦੇ। ਇਹ ਹੁਣ ਕੀ ਕਹੀਏ, ਦੇਖੋ ਪਤਾ ਕੀ ਹੈ ਜੀ, ਪਤਾ ਨਹੀਂ ਨਾ ਲੱਗਦਾ ਵੀ ਕੌਣ ਕਿਵੇਂ ਆ। ਹੁਣ ਜੇ ਆਪਾਂ ਚਲੋ ਮੈਂ ਐਗਜ਼ਾਮਪਲ ਦਿੰਨੀ ਆ, ਚਾਈਲਡ ਅਬਿਊਜ਼ ਦੀ ਗੱਲ ਕਰ ਲਓ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਰਿਸ਼ਤੇਦਾਰ ਹੁੰਦੇ ਆ, ਉਹ ਇਸ ਚੀਜ਼ ਦੇ ਵਿੱਚ ਆਉਂਦੇ ਨੇ, ਮਤਲਬ ਜਿਹੜੇ ਸਭ ਤੋਂ ਜ਼ਿਆਦਾ ਉਹ ਕਰਦੇ ਨੇ। ਤੇ ਹੁਣ ਫਿਰ ਆਪਾਂ ਕੀ ਕਹਦੇ, ਰਿਸ਼ਤੇਦਾਰਾਂ ਨੂੰ ਵੀ ਇਹ ਬੁਲਾਉਣਾ ਛੱਡ ਦਈਏ। ਸੋ ਇਹ ਨਾ ਲੋਕਾਂ ਦੀ ਆਸਥਾ ਜੁੜੀ ਹੁੰਦੀ ਹੈ, ਲੋਕਾਂ ਨੂੰ ਲੱਗਦਾ ਸਹੀ ਨੇ, ਤੇ ਉਹ ਅੰਦਰ ਖਾਤੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਇਹਨਾਂ ਦਾ ਨਾ ਨੈਕਸਸ ਹੁੰਦਾ ਆ, ਜੇ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਕੋਈ, ਫਿਰ ਇਹਨਾਂ ਦਾ ਪੋਲੀਟੀਕਲ ਤੇ ਜਿਹੜਾ ਪੁਲਿਸ ਦੇ ਨਾਲ ਐਡਾ ਤਕੜਾ ਨੈਕਸਸ ਹੁੰਦਾ ਨਾ, ਕਿ ਇਹ ਵੱਡੇ ਤੋਂ ਵੱਡੀ ਆਵਾਜ਼ ਨੂੰ ਬੰਦ ਕਰਨ ਦੀ ਹਿੰਮਤ ਰੱਖਦੇ ਆ, ਜੁਰਤ ਰੱਖਦੇ ਆ। ਤਾਂ ਹੀ ਤੇ ਮੇਰੇ ਖਿਲਾਫ ਇੰਨਾ ਕੁਝ ਬੋਲਦੇ ਰਹੇ ਆ, ਇੰਨਾ ਕੁਝ ਬੋਲੇ ਆ ਕਿ ਮਤਲਬ, ਪਰ ਕਹਿੰਦੇ ਨਾ ਮਾੜੇ ਦਾ ਅੰਤ ਮਾੜਾ ਹੀ ਹੁੰਦਾ। ਬਿਲਕੁਲ ਹੁੰਦਾ। ਇਹਨਾਂ ਦੇ ਨਾਲ ਖੁਦ ਭਗਵਾਨ ਵਾਲਮੀਕੀ ਜੀ ਨੇ ਮਤਲਬ ਇਹਨਾਂ ਨੂੰ ਸਜ਼ਾ ਦਿੱਤੀ ਆ। ਕਿਉਂ? ਕਿਉਂਕਿ ਇਹਨਾਂ ਨੇ ਉਹਨਾਂ ਦਾ ਨਾਮ ਗਲਤ ਤਰੀਕੇ ਨਾਲ ਵਰਤਿਆ, ਤੇ ਜਦੋਂ ਕਿਸੇ ਵੀ ਭਗਵਾਨ ਦਾ ਨਾਮ ਗਲਤ ਤਰੀਕੇ ਨਾਲ ਵਰਤਿਆ ਜਾਊਗਾ, ਤੇ ਫਿਰ ਇਨਸਾਫ ਤਾਂ ਹੋਊਗਾ ਨਾ। ਤਾਂ ਵੱਡਾ ਸਵਾਲ ਹੈ, ਕਿਉਂਕਿ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਵੀ ਇਹ ਮੰਗ ਕੀਤੀ ਹੈ ਕਿ 295A ਤੇ ਨਾਲ ਹੀ SC ST ਐਕਟ ਵੀ ਇਸ ਦੇ ਵਿੱਚ ਲਾਇਆ ਜਾਣਾ ਚਾਹੀਦਾ ਹੈ। ਪਰ ਇਸ ਗੱਲ ਦੀ ਪੜਤਾਲ ਵੀ ਹੋਣੀ ਬਹੁਤ ਜ਼ਰੂਰੀ ਹੈ ਕਿ ਦੋ ਔਰਤਾਂ ਜੋ ਪੀੜਤ ਨੇ ਉਹ ਸਾਹਮਣੇ ਆਈਆਂ ਨੇ, ਜਿਨ੍ਹਾਂ ਨੂੰ ਪੁਲਿਸ ਵੱਲੋਂ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਰੈਸਕਿਊ ਕਰਵਾਇਆ ਗਿਆ ਉਹਨਾਂ ਦੇ ਚੰਗੁਲ ਦੇ ਵਿੱਚੋਂ, ਪਰ ਹੋਰ ਕਿੰਨੀਆਂ ਔਰਤਾਂ ਦੇ ਨਾਲ, ਭੈਣਾਂ ਦੇ ਨਾਲ, ਮਾਵਾਂ ਦੇ ਨਾਲ ਇਹਨਾਂ ਪਖੰਡੀਆਂ ਨੇ, ਇਹਨਾਂ ਭੇੜੀਆਂ ਨੇ ਜਬਰ ਜਨਾਹ ਕੀਤਾ ਹੋਵੇਗਾ। ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ, ਤੇ ਇਸ ਬਾਰੇ ਜਾਂਚ ਵੀ ਹੁਣ ਮੈਨੂੰ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਜ਼ਰੂਰ ਕਰੇਗਾ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਆਪਣਾ ਸਮਾਂ ਕੱਢਣ ਦੇ ਲਈ। ਲੇਕਿਨ ਇੱਕ ਗੱਲ ਹੈ, ਕਹਿੰਦੇ ਹੈ ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ, ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ। ਦ ਖਬਰਸਾਰ ਚੈਨਲ ਲੋਕਾਂ ਦੀ ਆਵਾਜ਼, ਆਵਾਮ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦਾ ਰਹੇਗਾ, ਤੇ ਅਜਿਹੇ ਜੋ ਭੇੜੀਏ ਨੇ ਸਮਾਜ ਦੇ ਵਿੱਚ, ਉਹਨਾਂ ਦੀ ਖਬਰਸਾਰ ਵੀ ਲੈਂਦਾ ਰਹੇਗਾ। ਫਿਲਹਾਲ ਇਹ ਨਹੀਂ। ਦ ਖਬਰਸਾਰ ਦੇ ਲਈ ਚੰਡੀਗੜ੍ਹ ਤੋਂ ਠਾਕੁਰ ਅਮਨਦੀਪ ਸਿੰਘ ਦੀ ਰਿਪੋਰਟ।